ਸਤਿ ਸ਼੍ਰੀ ਅਕਾਲ ਦੋਸਤੋ। ਸਾਡਾ ਟੀਵੀ ਯੂਐਸਏ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੀਪ ਸਿੱਧੂ ਦੇ ਬਿਆਨ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਪ੍ਰੋਫੈਸਰ ਬਲਜਿੰਦਰ ਸਿੰਘ ਮੋਰਜੰਡ ਦਾ ਵੱਡਾ ਬਿਆਨ ਆਇਆ ਹੈ। ਆਓ ਦਿਖਾਉਂਦੇ ਹਾਂ ਤੁਹਾਨੂੰ ਪ੍ਰੋਫੈਸਰ ਮੋਰਜੰਡ ਕੀ ਕਹਿੰਦੇ ਹੈ। ਭਟਕੇ ਦੀਪ ਸਿੱਧੂ ਨੂੰ ਸਿੱਧੇ ਰਾਹ 'ਤੇ ਲਿਆਉਣ ਵਾਸਤੇ ਵੰਗਾਰਿਆ ਹੈ ਦੀਪ ਸਿੱਧੂ ਨੂੰ। ਸੋ ਦੇਖਦੇ ਹਾਂ ਬਿਆਨ ਕੀ ਕਹਿੰਦੇ ਆ ਪ੍ਰੋਫੈਸਰ ਮੋਰਜੰਡ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਲਜਿੰਦਰ ਸਿੰਘ ਤੁਹਾਡੇ ਸਨਮੁਖ ਕੁਝ ਬੇਨਤੀਆਂ ਕਰਨੀਆਂ ਚਾਹੁੰਦਾ। ਜਿਵੇਂ ਕਿ ਅੱਜ ਕੱਲ੍ਹ ਸ਼ੰਭੂ ਮੋਰਚਾ ਲੱਗਿਆ ਹੋਇਆ ਹੈ ਔਰ ਸ਼ੰਭੂ ਮੋਰਚੇ 2 ਲੱਗੇ ਹੋਏ ਨੇ, ਇੱਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਔਰ ਇੱਕ ਦੀਪ ਸਿੱਧੂ ਵੱਲੋਂ। ਕੱਲ੍ਹ ਇੱਕ ਬਿਆਨਬਾਜ਼ੀ ਦੀਪ ਸਿੱਧੂ ਵੱਲੋਂ ਅਕਾਲੀ ਦਲ ਅੰਮ੍ਰਿਤਸਰ ਦੇ ਖਿਲਾਫ ਕੀਤੀ ਗਈ। ਮੈਂ ਉਸ ਨੂੰ ਨਿੰਦਣਯੋਗ ਤੇ ਬੜੀ ਬਚਕਾਨਾ ਹਰਕਤ ਦੱਸਦਾ। ਉਸ ਸੰਬੰਧ ਦੇ ਵਿੱਚ ਦੀਪ ਸਿੱਧੂ ਵੱਲੋਂ ਇਸ ਮੋਰਚੇ ਰਾਹੀਂ ਸਾਡੇ ਨੌਜਵਾਨਾਂ ਨੂੰ ਹੋਰ ਰਾਸਤੇ 'ਤੇ ਚੱਲਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸ ਸੰਬੰਧੀ ਵੀ ਮੈਂ ਤੁਹਾਡੇ ਨਾਲ ਕੁਝ ਵਿਚਾਰਾਂ ਕਰਨੀਆਂ ਚਾਹੁੰਦਾ। ਦੀਪ ਸਿੱਧੂ ਵੱਲੋਂ ਇਹ ਗੱਲ ਕਹਿਣਾ ਵੀ ਅਕਾਲੀ ਦਲ ਅੰਮ੍ਰਿਤਸਰ ਜਿਹੜੀ ਇਹ ਸਰਕਾਰੀ ਪੈਦਾਇਸ਼ ਹੈ, ਬੇਸ਼ੱਕ ਸਾਨੂੰ ਪਹਿਲਾਂ ਵੀ ਬਾਦਲ ਜਾਂ ਜੋ ਵੀ ABCD ਕਹਿ ਰਹੇ, ਇੱਕ ਸਿਆਸਤ ਦੇ ਵਿੱਚ ਇਸ ਤਰ੍ਹਾਂ ਦੇ ਇਲਜ਼ਾਮ ਲੱਗੇ ਨੇ, ਕੋਈ ਨਵੀਂ ਗੱਲ ਨਹੀਂ ਹੈ। ਸਾਨੂੰ ਕੋਈ ਇਸ ਗੱਲ ਦਾ ਦੁੱਖ ਨਹੀਂ ਹੈ, ਕਹਿੰਦਾ ਕਹੀ ਜਾਵੇ, ਸਾਨੂੰ ਪਤਾ ਸੀ ਕੀ ਹੈ। ਪਰ ਮੈਂ ਉਹਨੂੰ ਇੱਕ ਗੱਲ ਪੁੱਛਣਾ ਚਾਹੁੰਦਾ ਹੈ ਵੀ ਕੱਲ ਜਿਹੜੀ ਉਸਨੇ ਦੂਸਰੀ ਗੱਲ ਕਹੀ ਆ, ਉਹ ਕਹੀ ਆ ਵੀ ਅਸੀਂ ਭਾਰਤੀ ਸੰਵਿਧਾਨ ਦੀ, ਮੂਲ ਸੰਵਿਧਾਨ ਦੀ ਰੱਖਿਆ ਕਰਨੀ ਹੈ। ਕਿਹੜੇ ਸੰਵਿਧਾਨ ਦੀ ਗੱਲ ਕਰ ਰਿਹਾ ਉਹ? ਜਿਸ ਸੰਵਿਧਾਨ ਤੇ ਸਾਡੇ ਜਿਹੜੇ ਸਿੱਖ ਨੁਮਾਇੰਦੇ ਸੀ, ਭੁਪਿੰਦਰ ਸਿੰਘ ਮਾਨ ਤੇ ਹੁਕਮ ਸਿੰਘ ਹੋਰਾਂ ਨੇ, ਉਹਨਾਂ ਨੇ ਸਾਈਨ ਨਹੀਂ ਕੀਤੇ ਸੀ, ਉਸ ਸੰਵਿਧਾਨ ਦੀ ਗੱਲ ਕਰ ਰਿਹਾ ਦੀਪ ਸਿੱਧੂ। ਫਿਰ ਉਹ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰ ਰਿਹਾ। ਕਿਹੜਾ ਅਨੰਦਪੁਰ ਸਾਹਿਬ ਦਾ ਮਤਾ? ਕਿੱਥੇ ਰਹਿ ਗਿਆ ਅਨੰਦਪੁਰ ਸਾਹਿਬ ਦਾ ਮਤਾ? ਸਨ 1972 ਦੇ ਵਿੱਚ ਅਨੰਦਪੁਰ ਸਾਹਿਬ ਦੇ ਮਤੇ ਦੀ ਜਿਹੜਾ ਕਨਸੈਪਟ ਆ, ਉਹ ਸਰਦਾਰ ਕਪੂਰ ਸਿੰਘ ਹੋਰਾਂ ਵੱਲੋਂ ਲਿਖਿਆ ਗਿਆ, ਪੇਸ਼ ਕੀਤਾ ਗਿਆ। ਉਹਨੂੰ ਲਾਗੂ ਕਰਾਉਣ ਵਾਸਤੇ ਧਰਮ ਜਦੋਂ ਮੋਰਚਾ ਚੱਲਿਆ, ਉਸ ਤੋਂ ਬਾਅਦ ਦਰਬਾਰ ਸਾਹਿਬ ਦਾ ਹਮਲਾ ਹੁੰਦਾ ਹੈ। ਲੌਂਗੋਵਾਲ ਨੇ ਕੋਸ਼ਿਸ਼ ਕੀਤੀ, ਅਸੀਂ ਅਸੈਪਟ ਨਹੀਂ ਕੀਤਾ। ਸਾਡੇ ਸਤਿਕਾਰਯੋਗ ਜਿਹੜੇ ਖਾੜਕੂ ਵੀਰ ਹੈ, ਉਹਨਾਂ ਨੇ ਬਹੁਤ ਲੰਮਾ ਸੰਘਰਸ਼ ਲੜਿਆ ਕਿ ਕਿਸ ਵਾਸਤੇ ਜਾਨਾਂ ਦਿੱਤੀਆਂ, ਔਰ ਅੱਜ ਅਸੀਂ ਉਹ 30 ਸਾਲ ਬਾਅਦ ਫਿਰ ਉਸੇ ਗੱਲ ਤੇ ਆ ਕੇ ਉਹਦੇ ਵਾਸਤੇ ਲੜੀਏ। ਇਹ ਕਿ ਸਾਡੇ ਜਿਹੜੇ ਅਸੀਂ ਲੱਖਾਂ ਨੌਜਵਾਨ ਸ਼ਹੀਦ ਕਰਾਏ ਹੈ, ਸਿੱਧੇ ਤੇ ਅਸਿੱਧੇ ਤੌਰ ਤੇ ਪੁਲਿਸ ਨੇ, ਚਾਹੇ ਉਹ ਇਨਕਾਊਂਟਰ, ਫੇਕ ਇਨਕਾਊਂਟਰ ਹੈ, ਚਾਹੇ ਉਹ ਰੀਅਲ ਇਨਕਾਊਂਟਰ ਹੈ, ਤੇ ਚਾਹੇ ਉਹ ਉਦੋਂ ਬਾਅਦ ਨਸ਼ਿਆਂ ਰਾਹੀਂ ਜਾਂ ਜਿਵੇਂ ਵੀ, ਕਿਉਂਕਿ ਦੁਸ਼ਮਣੀ ਤਾਂ ਦੁਸ਼ਮਣੀ ਹੁੰਦੀ ਹੈ ਨਾ, ਉਹਨਾਂ ਨੇ ਤਾਂ ਉਸੇ ਗੱਲ ਕਰਕੇ ਇਹ ਕੀਤਾ। ਤੇ ਇਹ ਫਿਰ ਹੁਣ ਜੇ ਉਸੇ ਗੱਲ ਤੇ ਆਉਣਾ ਸੀ ਤਾਂ ਆਪਾਂ ਉਦੋਂ ਹੀ ਸਮਝੌਤਾ ਕਰ ਲੈਂਦੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹਰੇਕ ਉਸ ਇਨਸਾਨ ਦੀ, ਹਰੇਕ ਜਥੇਬੰਦੀ ਦੀ ਇੱਜ਼ਤ ਕਰਦੀ ਹੈ ਜੋ ਪੰਜਾਬ ਲਈ, ਪੰਜਾਬੀਆਂ ਲਈ ਸੱਚੇ ਮਨ ਨਾਲ ਦਰਦਮੰਦ ਹੈ, ਜੋ ਮਨ ਦੇ ਵਿੱਚ ਤਾਰਾਂ ਹੋਰ ਕਿਤੇ ਜੋੜ ਕੇ ਆ ਕੇ ਇੱਥੇ ਮੂਰਖ ਬਣਾਉਂਦਾ, ਜਿਵੇਂ ਮਾਲਾ ਮਨਪ੍ਰੀਤ ਨੇ ਕੀਤਾ, PPP ਬਣਾ ਕੇ ਕੀਤਾ, ਫਿਰ ਆਪ ਵਾਲਿਆਂ ਨੇ ਕੀਤਾ, ਤੇ ਹੁਣ ਜੇ ਕੋਈ ਹੋਰ ਆਉਂਦਾ ਹੈ ਉਹ ਅਸੈਪਟੇਬਲ ਨਹੀਂ ਹੋਊਗਾ। ਅਸੀਂ ਪੂਰਨ ਆਜ਼ਾਦੀ ਦੇ ਹਾਮੀ ਹੈ, ਅਸੀਂ ਪੰਜਾਬ ਆਊਟ ਆਫ ਇੰਡੀਆ ਇਸ ਦੇ ਹਾਮੀ ਹੈ। ਜੇ ਵੱਧ ਅਧਿਕਾਰਾਂ ਦੀ ਗੱਲ ਕਰੀਏ ਤਾਂ ਵੱਧ ਅਧਿਕਾਰ ਜੰਮੂ ਐਂਡ ਕਸ਼ਮੀਰ ਕੋਲੇ ਸੀਗੇ, ਅਗਲੇ ਨੇ ਇੱਕ ਦਿਨ ਦੇ ਵਿੱਚ ਵਾਪਸ ਲੈ ਕੇ ਕੀ ਹਾਲ ਕਰਤਾ। ਕਿਸ ਅਧਿਕਾਰਾਂ ਦੀ ਗੱਲ ਕਰਦੇ ਹੋ ਯਾਰ? ਤੁਹਾਡਾ ਸੁਪਰੀਮ ਕੋਰਟ ਤੁਹਾਡੀ ਨਹੀਂ ਸੁਣਦਾ, ਕਿੱਥੇ ਚੈਲੰਜ ਕਰੋਗੇ ਵੱਧ ਅਧਿਕਾਰ? ਮੇਰੀ ਬੇਨਤੀ ਹੈ ਦੀਪ ਸਿੱਧੂ ਨੂੰ ਵੀ ਉਹ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਬਰਾਬਰ ਦੇ ਹਾਣ ਦਾ ਹੋ ਜੇ, ਉਦੋਂ ਇਲਜ਼ਾਮ ਲਾ ਲੇ, ਜੱਚਦਾ ਹੈ।
ਹਜੇ ਤੱਕ ਤਾਂ ਉਹਨੇ ਸਿਆਸਤ ਦਾ ਕੁਝ ਸਿੱਖਿਆ ਹੀ ਨਹੀਂ। ਆਮ ਤੌਰ ਤੇ ਇੱਕ ਕਹਾਵਤ ਹੈ ਵੀ ਇੱਥੇ ਇਮਾਨਦਾਰ ਉਹੀ ਹੈ ਜਿਹਦਾ ਮੌਕਾ ਨਹੀਂ ਲੱਗਿਆ। ਤੇ ਜੇ ਤੁਸੀਂ ਕੁਝ ਬਣ ਕੇ ਪੰਥਕ ਰਹਿੰਦੇ ਹੋ ਨਾ, ਫੇਰ ਪਤਾ ਲੱਗਦਾ ਹੈ। ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ IPS ਹੁੰਦੇ ਹੋਏ ਰਿਜ਼ਾਈਨ ਕੀਤਾ ਹੈ। ਮੈਂਬਰ ਪਾਰਲੀਮੈਂਟ ਬਣਨ ਤੋਂ ਪਹਿਲਾਂ ਮੁੱਖ ਮੰਤਰੀ ਦੀ ਆਫਰ ਹੋਈ, ਉਹਨੂੰ ਠੁਕਰਾਇਆ। ਦੇਸ਼ ਦੇ ਗ੍ਰਹਿ ਮੰਤਰੀ ਦੀ ਆਫਰ ਹੋਈ, ਉਹਨੂੰ ਠੁਕਰਾਇਆ। ਉਦੋਂ ਬਾਅਦ ਤੱਕ ਆਫਰਾਂ ਹੁੰਦੀਆਂ ਰਹੀਆਂ, ਉਹਨਾਂ ਨੇ ਉਹਨੂੰ ਠੁਕਰਾਇਆ। ਉਹ ਹੁੰਦੀ ਹੈ। ਤੁਹਾਡੇ ਕੋਲੇ ਤੁਸੀਂ ਕੋਈ MP ਨਹੀਂ, ਕੋਈ MLA ਨਹੀਂ, ਕੋਈ ਸਰਪੰਚ ਨਹੀਂ, ਔਰ ਤੁਸੀਂ ਅੱਜ ਕਹੋ ਅਸੀਂ ਨਹੀਂ ਵਿਕਦੇ, ਇਹ ਤਾਂ ਤੁਹਾਡਾ ਬਾਅਦ ਦੇ ਵਿੱਚ ਪਤਾ ਲੱਗੂਗਾ ਨਾ। ਸਾਡੇ ਨਿਜ਼ਾਮ ਬਦਲਣ ਵਾਲੇ ਕਿਹੜਾ ਰਿਹਾ ਇਹਨਾਂ ਦੇ ਵਿੱਚ ਜਿਹੜੀ ਇਹ ਗੱਲ ਕਹਿੰਦੇ ਸੀਗੇ ਵੀ ਅਸੀਂ ਨਹੀਂ ਬਦਲਾਂਗੇ। MLA MP ਬਣਨ ਤੋਂ ਬਾਅਦ ਸਾਰੇ ਬਦਲ ਗਏ। ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਪਿਛਲੇ 30 ਸਾਲਾਂ 'ਚੋਂ ਕਿਹੜਾ ਇਨਸਾਨ ਹੈ ਜਿਹੜਾ ਆਪਦੀ ਗੱਲ ਤੇ ਖੜਿਆ? ਸਾਡੇ ਨਾਲ ਆਉਣਾ ਹੈ, ਜੀ ਆਇਆਂ ਨੂੰ। ਮੈਂ ਇਹ ਨਹੀਂ ਕਹਿੰਦਾ ਦੀਪ ਸਿੱਧੂ ਪ੍ਰੀ ਪਲਾਨ ਤਰੀਕੇ ਨਾਲ ਆਇਆ ਸੀ, ਪਰ ਹੋ ਸਕਦਾ ਉਹ ਸੱਚੇ ਮਨ ਨਾਲ ਆਇਆ ਹੋਵੇ, ਪਰ ਉਹਨੇ ਤਾਂ 2 ਦਿਨਾਂ ਨਹੀਂ ਤਾਪ ਝੱਲਿਆ। ਸੰਤ ਜਰਨੈਲ ਸਿੰਘ ਦੀ ਗੱਲ ਕਰਦਾ ਕਰਦਾ ਫਿਰ ਉਹ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਨ ਲੱਗ ਗਿਆ, ਜੋ ਬਿਲਕੁਲ 2 ਓਪੋਜਿਟ ਧਿਰਾਂ ਨੇ। ਕਿਉਂਕਿ ਸੰਤ ਜਰਨੈਲ ਸਿੰਘ ਤਾਂ ਇਹ ਗੱਲ ਕਹਿੰਦੇ ਆ ਜਿੱਦੇ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਉਹਦੇ ਖਾਲਿਸਤਾਨ ਦੀ ਨੀਂਹ ਰੱਖੀ ਜਾਂਦੀ ਹੈ। ਫਿਰ ਅਨੰਦਪੁਰ ਸਾਹਿਬ ਦਾ ਮਤਾ ਤਾਂ ਉਦੋਂ ਪਿਛਲੀ ਗੱਲ ਹੋ ਗਈ। ਜੇ ਉਹ ਗੱਲ ਕਰਾਉਣਾ ਤਾਂ ਤੁਸੀਂ 1972 ਦੇ ਵਿੱਚ ਆਓ, ਉਦੋਂ ਪਹਿਲਾਂ ਜਨਮ ਲਓ। ਹੁਣ ਉਸ ਮਤਲਬ ਕੁਝ ਨਹੀਂ ਬਣਦਾ। ਹੋ ਸਕਦਾ ਹੈ ਦੀਪ ਸਿੱਧੂ ਸੱਚੇ ਮਨ ਨਾਲ ਆਇਆ ਹੋਵੇ, ਪਰ ਪ੍ਰੈਸ਼ਰ ਇੰਨਾ ਕੁ ਪੈ ਗਿਆ 15 ਦਿਨਾਂ 'ਚ ਵੀ ਉਹ ਜਿਹੜੀਆਂ ਇੱਕ ਜਥੇਬੰਦੀ ਜਿਹੜੀ ਹੁਣ ਤੱਕ ਸਿਰ ਧੜ ਦੀ ਬਾਜੀ ਲਾ ਰਹੀ ਹੈ, ਜਿਹਦੇ ਵਿੱਚ ਸ਼ਹੀਦ ਸਿੰਘਾਂ ਦੇ ਜਿਹੜੇ ਹੈਗੇ ਆ ਉਹ ਕੁਰਬਾਨੀ ਵਾਲੇ ਸਿੱਖ ਨੇ, ਭਾਈ ਛੰਦੜਾ, ਆਪਣੇ ਅੰਮ੍ਰਿਤਪਾਲ ਛੰਦੜਾ ਵਰਗੇ, ਉਹਨਾਂ ਤੇ ਹੀ ਉਂਗਲ ਚੁੱਕ ਰਿਹਾ ਹੈ। 21 ਦੀ ਸ਼ਾਇਦ ਚੁੱਕ ਰਿਹਾ ਹੈ। ਕੋਈ ਹੈ ਜਵਾਬ ਉਹਦੇ ਕੋਲੇ? ਅਸੀਂ ਇੱਜ਼ਤ ਕਰਦੇ ਹਾਂ, ਇੱਜ਼ਤ ਕਰਦੇ ਰਹਾਂਗੇ, ਕਿਉਂਕਿ ਸਾਡਾ ਜਿਹੜਾ ਪਾਰਟੀ ਦਾ ਅਸੂਲ ਹੈ, ਅਸੀਂ ਸਿਆਸੀ ਲੜਾਈ ਲੜ ਰਹੇ ਹਾਂ। ਸਾਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ। ਕੋਈ ਕੁਛ ਮਰਜ਼ੀ ਕਹੀ ਜਾਵੇ, ਅਸੀਂ ਪੂਰਨ ਆਜ਼ਾਦੀ ਦੇ ਹਾਮੀ ਹਾਂ। ਮੈਂ ਪੰਜਾਬ ਦੇ ਨੌਜਵਾਨਾਂ ਨੂੰ, ਪੰਜਾਬ ਦੇ ਜੋ ਵੀ ਹੈਗੇ ਆ ਇਮੋਸ਼ਨਲ ਲੋਕ ਹੈ, ਦੇਖੋ ਹਰੇਕ ਜਿਹੜਾ ਹਾਲਾਤ ਹੈ ਉਹ ਇਸ ਤਰ੍ਹਾਂ ਦੇ ਹੈ, ਹਰੇਕ ਆਪਦਾ ਦੇਖਦਾ ਵੀ ਯਾਰ ਸਾਰੇ ਇੱਕੋ ਜਿਹੇ ਨੇ। ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਤੁਸੀਂ ਬੰਦੇ ਦਾ ਪਿਛੋਕੜ, ਬੰਦੇ ਦੀ ਨਿੱਜੀ ਜ਼ਿੰਦਗੀ, ਬੰਦਾ ਨੇ ਹੁਣ ਤੱਕ ਕਿੰਨਾ ਕੁ ਉਹ ਹੈ ਪੈਸਾ ਖਾਧਾ, ਕਿੰਨਾ ਕੁ ਨਹੀਂ ਖਾਧਾ, ਸਿਰਫ ਉਹਦੀ ਤੁਸੀਂ ਭਾਸ਼ਣਬਾਜ਼ੀ, ਉਹਦੀਆਂ ਗੋਲ ਜਿਹੜੀਆਂ ਗੱਲਾਂ ਹੁੰਦੀਆਂ ਲੱਛੇਦਾਰ। ਨਵਜੋਤ ਸਿੰਘ ਸਿੱਧੂ ਦੀ ਆਪਾਂ ਗੱਲ ਕਰੀਏ, ਨਵਜੋਤ ਸਿੰਘ ਸਿੱਧੂ ਦੇ ਪੱਲੇ ਹੈ ਕੀ? ਸ਼ਿਵਲਿੰਗ ਉਹ ਪਾਉਂਦਾ ਹੈ, ਦੂਸਰਾ ਜਨੇਊ ਉਹ ਪਾਉਂਦਾ ਹੈ, ਸ਼ਿਵਲਿੰਗ ਦਾ ਉਹ ਪੁਜਾਰੀ ਹੈਗਾ। ਉਹ ਸਿੱਧੂ ਨਾ ਕਸ ਲੱਗਦਾ, ਇੱਕ ਸਿਰਫ ਉਹ ਬਾਦਲ ਵਾਲਿਆਂ ਨੂੰ ਜਾਂ ਹੋਰਾਂ ਨੂੰ ਬੋਲ ਲੈਂਦਾ, ਦੈਟਸ ਇਟ, ਸਾਡਾ ਲੀਡਰ ਬਣ ਜਾਊਗਾ। ਅਸੀਂ ਲੀਡਰ ਕਿਹਨੂੰ ਚੁਣਨਾ? ਸਾਡੇ ਲੀਡਰ ਕੌਣ ਰਹੇ ਨੇ? ਸਾਡੇ ਉਹ ਲੀਡਰਾਂ ਦੇ ਬਰਾਬਰ ਦਾ ਕੋਈ ਲੀਡਰ ਆਵੇ, ਨੇੜੇ ਤੇੜੇ ਹੀ ਆਵੇ, ਤਾਂ ਅਸੀਂ ਉਹਨੂੰ ਲੀਡਰ ਚੁਣਾਂਗੇ। ਸਾਡੇ ਲੀਡਰ ਦੀ ਜਿਹੜੀ ਹੈਗੀ ਆ ਮੁੱਢਲੀ ਆ ਵੀ ਉਹਦਾ ਨਿੱਜੀ ਜੀਵਨ ਹੋਵੇ। ਦੂਸਰਾ, ਸਾਡਾ ਜਿਹੜਾ ਲੀਡਰ ਹੈਗਾ ਉਹ ਕਰਪਟ ਨਾ ਹੋਵੇ, ਉਹਨੂੰ ਸੋਚ ਸਮਝ ਹੋਵੇ ਵਰਲਡ ਪੋਲਿਟਿਕਸ ਦੀ। ਇਹੋ ਜਿਹੀ ਅਸੀਂ ਲੀਡਰਸ਼ਿਪ ਚੁਣਨੀ ਹੈ। ਜੇ ਤੁਸੀਂ ਦੇਖਦੇ ਹੋ ਵੀ ਉਸ ਦਾਇਰੇ ਦੇ ਵਿੱਚ ਪੰਜਾਬ ਦਾ ਕੋਈ ਵੀ ਬੰਦਾ ਆਉਂਦਾ, ਤੁਸੀਂ ਚੁਣ ਸਕਦੇ ਹੋ। ਉਹਦਾ ਪਿਛੋਕੜ ਕੀ ਰਿਹਾ, ਉਹਨੇ ਸਮਝੌਤੇ ਕਿੰਨੇ ਕੀਤੇ ਆ, ਉਹਨੇ ਸਰਕਾਰਾਂ ਨਾਲ ਕਿੰਨੀ ਲੜਾਈ ਲੜੀ ਹੈ, ਇਹ ਚੀਜ਼ਾਂ ਦੇਖੋ। ਉਹਨਾਂ ਤੇ ਉਹਦੇ ਕਿੰਨੇ ਕੇਸ ਪਏ ਆ। ਉਹ ਭਰਾਵਾ ਦੀਪ ਸਿੱਧੂ, ਤੇਰੇ ਤਾਂ ਇੱਕ ਕੇਸ ਵੀ ਨਹੀਂ ਪਿਆ, ਤੂੰ ਤਾਂ ਪਹਿਲਾਂ ਹੀ ਡਰ ਕੇ ਇਹ ਪੁੱਠੀਆਂ ਸਿੱਧੀਆਂ ਹਰਕਤਾਂ ਕਰਨ ਲੱਗ ਗਿਆ। ਮਾਨ ਸਾਹਿਬ ਤੇ 100 ਦੇਸ਼ ਦਰੋਹ ਦੇ ਕੇਸ ਨੇ, ਔਰ ਇਸ ਉਮਰ ਦੇ ਵਿੱਚ ਵੀ ਇਹ ਲੜਾਈ ਲੜ ਰਿਹਾ। ਯਾਰ ਘੱਟੋ ਘੱਟ ਤੂੰ ਕਰਨ ਲੱਗਿਆ ਤਾਂ ਮਾੜਾ ਮੋਟਾ ਸੋਚਦਾ, ਬੋਲਣ ਲੱਗਿਆ ਤਾਂ ਮਾੜਾ ਮੋਟਾ ਸੋਚਦਾ। ਅਸੀਂ ਤੇਰੀ ਇੱਜ਼ਤ ਕਰਦੇ ਹਾਂ। ਤਾਂ ਤੂੰ ਸਭ ਤੋਂ ਪਹਿਲਾਂ ਮੋਰਚੇ 'ਚ ਤੈਨੂੰ ਜਸਕਰਨ ਸਿੰਘ ਕਾਹਨ, ਜਦੋਂ ਲੱਖਾ ਸਿਧਾਣਾ ਤੁਸੀਂ ਅੱਡੋ ਅੱਡ ਆਏ, ਜਸਕਰਨ ਸਿੰਘ ਕਾਹਨ ਸਿੰਘ ਵਾਲਿਆਂ ਨੇ ਤੇਰੇ ਹੱਕ 'ਚ ਵੀ ਅਸੀਂ ਇਸ ਗੱਲ ਦੀ ਹਮਾਇਤ ਕਰਦੇ ਹਾਂ ਦੀਪ ਸਿੱਧੂ ਦੀ, ਪਰ ਤੂੰ ਤਾਂ ਆਪ ਦੀ ਗੱਲ ਤੇ ਹੀ ਨਹੀਂ ਰਿਹਾ। ਤੂੰ ਤਾਂ ਆਪ ਦੀ ਗੱਲ ਤੋਂ ਮੁੱਕਰ ਗਿਆ, ਤੂੰ ਤਾਂ ਆਪ ਦੀ ਗੱਲ ਤੇ ਆ ਕੇ ਭਾਰਤ ਦੇ ਸੰਵਿਧਾਨ ਦੇ ਵਿੱਚ ਵੜ ਗਿਆ। ਤੈਨੂੰ ਦੱਸ ਹੁਣ ਕੀ ਕਰੀਏ? ਅਸੀਂ ਤਾਂ ਆਪ ਦੀ ਗੱਲ ਤੇ ਖੜੇ ਹਾਂ। ਤੈਨੂੰ ਓਪਨ ਚੈਲੰਜ ਆ, ਕਿਤੇ ਵੀ ਬੈਠ ਕੇ ਤੂੰ ਇਹ ਜਿਹੜੇ ਇਲਜ਼ਾਮ ਲਾਏ ਆ ਇਹਨਾਂ ਦਾ ਤੂੰ ਸਬੂਤ ਦੇ ਇਸ ਚੀਜ਼ ਦਾ, ਠੀਕ ਹੈ? ਤੇ ਨਹੀਂ ਤੂੰ ਮਾਫੀ ਮੰਗ। ਮੈਂ ਤੈਨੂੰ ਬੇਨਤੀ ਕਰਦਾ, ਤੈਨੂੰ ਵਾਰਨਿੰਗ ਨਹੀਂ ਦਿੰਦਾ, ਤੈਨੂੰ ਬੇਨਤੀ ਕਰਦਾ ਵੀ ਜੇ ਤੂੰ ਇਹ ਇਲਜ਼ਾਮ ਲਾਏ ਆ ਤੇ ਇਹਨਾਂ ਦਾ, ਇਲਜ਼ਾਮਾਂ ਦਾ ਤੂੰ ਸਬੂਤ ਰੱਖ ਸੰਗਤਾਂ ਦੇ ਸਾਹਮਣੇ ਵੀ ਇਹ ਇਸ ਤਰ੍ਹਾਂ ਦੀ ਜਥੇਬੰਦੀ ਆ ਮੇਰੇ ਕੋਲੇ ਸਬੂਤ ਹੈ, ਠੀਕ ਹੈ ਨਾ?
ਤੇ ਨਹੀਂ ਬੋਲਣਾ ਸਿੱਖੀਏ। ਤੁਹਾਡੀ ਲੜਾਈ ਹੈ, ਤੁਸੀਂ ਆਪਦੇ ਉਸ ਹਿਸਾਬ ਨਾਲ ਲੜੋ। ਅਸੀਂ ਅੱਜ ਦੀ ਨਹੀਂ ਲੜਾਈ, ਅਸੀਂ ਸਰਕਾਰ 'ਚ ਕਦੇ ਰਹੇ ਨਹੀਂ। ਜਿੰਨੇ ਸਾਨੂੰ ਮਹਾਰਾਜ ਨੇ ਲੜਾਇਆ ਹੈ, ਉਸ ਦੀ ਲੜਾਈ ਲੜ ਰਹੇ ਹਾਂ। ਉਹਨੇ ਹੱਥ ਫੜ ਕੇ ਲੜਾ ਰਿਹਾ। ਅੱਜ ਵੀ ਨੰਗੇ ਧੜ ਜਿਵੇਂ ਦੀ ਲੜਾਈ ਲੜ ਰਹੇ ਆ, ਅਸੀਂ ਉਵੇਂ ਲੜ ਰਹੇ ਆ। ਸਾਨੂੰ ਅੱਜ ਵੀ ਅਸੀਂ ਕੋਈ ਉਹ ਨਹੀਂ ਕਰਦੇ। ਤੁਸੀਂ RSS ਦੇ ਹੋ, ਨਹੀਂ ਹੋ, ਦੈਟਸ ਇਟ, ਅਸੀਂ ਨਹੀਂ ਹੈਗਾ, ਸਾਨੂੰ ਕੋਈ ਉਹ ਹੈ ਨਹੀਂ। ਪਰ ਸਾਨੂੰ ਇਹ ਪਤਾ ਵੀ ਅਸੀਂ ਜਿਹਦੀ ਹੈਗੀ ਆ, ਅਸੀਂ ਮਹਾਰਾਜ ਨੂੰ ਜਵਾਬਦੇਹ ਹਾਂ, ਗੁਰੂ ਗ੍ਰੰਥ ਸਾਹਿਬ ਨੂੰ ਜਵਾਬਦੇਹ ਹਾਂ, ਸ਼੍ਰੀ ਅਕਾਲ ਪੁਰਖ ਨੂੰ ਜਵਾਬਦੇਹ ਹਾਂ। ਅਸੀਂ ਕੋਈ ਦੀਪ ਸਿੱਧੂ ਤੇ ਕੋਈ ਐਰੇ ਗੈਰੇ ਨੂੰ ਜਵਾਬਦੇਹ ਨਹੀਂ ਹੈ। ਮੈਂ ਨੌਜਵਾਨਾਂ ਨੂੰ ਬੇਨਤੀ ਕਰੂੰਗਾ ਵੀ ਉਹ ਵੇਖਣ, ਜਿਹੜਾ ਮੋਰਚਾ ਸ਼ੰਭੂ ਮੋਰਚਾ ਜਿਹੜਾ ਲੱਗਿਆ ਅਕਾਲੀ ਦਲ ਅੰਮ੍ਰਿਤਸਰ 30 ਤਰੀਕ ਨੂੰ ਲੱਗਿਆ, ਦੀਪ ਸਿੱਧੂ ਨੇ 4 ਤਰੀਕ ਨੂੰ ਲਾਇਆ। ਹੁਣ ਜੇ ਅੱਜ ਕੱਲ੍ਹ ਦੀਪ ਸਿੱਧੂ ਖਾਲਿਸਤਾਨ ਦੀ ਗੱਲ ਕਰੂਗਾ ਤਾਂ ਮਾਨ ਸਾਹਿਬ ਤਾਂ ਬਹੁਤ ਪੁਰਾਣੀ ਗੱਲ ਕਰ ਰਹੇ ਆ। ਮਾਨ ਸਾਹਿਬ ਤਾਂ ਬਾਰਡਰ ਖੋਲ੍ਹਣ ਦੀ ਬਹੁਤ ਪੁਰਾਣੀ ਗੱਲ ਕਰਦੇ। ਜਿਹੜੀਆਂ ਇਹ ਅੱਜ ਗੱਲਾਂ ਕਰਦੀਆਂ, ਅਸੀਂ ਤਾਂ ਬਹੁਤ ਪਹਿਲਾਂ ਗੱਲਾਂ ਕਰ ਰਹੇ ਸੀ। ਤਾਂ ਉਦੋਂ ਗੱਲਾਂ ਕਰ ਰਹੇ ਜੋ ਸਾਨੂੰ ਕਹਿੰਦੇ ਹੁੰਦੇ ਸੀ ਵੀ ਇਹ ਤਾਂ ਮੂਰਖ ਹੈ, ਪਾਗਲ ਹੈ। ਜਦੋਂ ਅਸੀਂ 99 ਦੇ ਵਿੱਚ ਮਾਨ ਸਾਹਿਬ ਨੇ ਬਾਰਡਰ ਖੋਲ੍ਹਣ ਦੀ ਗੱਲ ਕੀਤੀ ਹੈ। ਪੰਜਾਬ ਦੇ ਲੋਕਾਂ ਨੂੰ ਅਪੀਲ ਹੈ, ਦੇਖੋ ਪਿਛੋਕੜ, ਦੇਖੋ ਕਿਹਨੇ ਕਦੋਂ ਕੀ ਗੱਲ ਕਹੀ ਹੈ, ਕਿਹੜਾ ਤੁਹਾਡੇ ਨਾਲ ਖੜਾ ਹੈ। ਜਦੋਂ KPS ਗੱਲ ਝੂਠੇ ਐਨਕਾਊਂਟਰ ਬਣਾਉਂਦਾ ਸੀ, ਉਹਨਾਂ ਨਾਲ ਕੌਣ ਖੜਦਾ ਸੀ? ਰੂਪਲ ਬਜਾਜ ਨੇ ਨੂੰ ਜਦੋਂ ਇਹਨੇ KPS ਗੱਲ ਛੇੜਿਆ ਸੀ, ਕਿਹੜਾ ਬੰਦਾ ਜਾ ਕੇ ਨਾਲ ਖੜਿਆ ਸੀਗਾ? ਤੁਸੀਂ ਯਾਰ ਮਾੜਾ ਮੋਟਾ ਹਿਸਟਰੀ ਦੇਖ ਲਓ, ਫਿਰ ਤੁਸੀਂ ਇਹਨੂੰ ਸਰਕਾਰੀ ਜਥੇਬੰਦੀ ਉਹ ਕਰ ਦਿਓ। ਤੁਸੀਂ ਤਾਂ ਹੁਣੀ ਉਹਦੇ ਸਰਕਾਰ ਦੇ ਕਹਿਣ ਦੇ ਵਿੱਚ ਆ ਕੇ ਤੇ ਸਾਨੂੰ ਮਤਲਬ ਪੰਜਾਬ 'ਚ ਜਿਹੜੀਆਂ ਉਹ ਹੈਗੀਆਂ ਜਥੇਬੰਦੀਆਂ ਉਹਨਾਂ ਨੂੰ ਉਹ ਕਰਦੇ। ਬੰਦੇ 'ਚ ਨਿੱਜੀ ਗਲਤੀਆਂ ਹੋ ਸਕਦੀਆਂ, ਪਰ ਅਸੀਂ ਇੱਕ ਮਿਸ਼ਨ ਲਈ ਇਮਾਨਦਾਰ ਹਾਂ। ਸਿੱਖਾਂ ਦੀ ਪੂਰਨ ਆਜ਼ਾਦੀ ਦੇ ਹਾਮੀ ਹਾਂ, ਆਜ਼ਾਦੀ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।